ਮਾਂ ਨੂੰ ਤੇ ਧੀ ਨੂੰ ਰਾਤੀ ਕਿਸੇ ਨੇ ਕਤਲ ਕਰ ਦਿੱਤਾ। ਜਿਹੜਾ ਵੀ ਪਾਕਿਸਤਾਨ ਛੁੱਟੀ ਗਿਆ ਸੀ ਕੋਲ ਲੰਮਾ ਪਿਆ ਸੀ, ਉਹਨੂੰ ਖਬਰ ਵੀ ਨਹੀਂ ਹੋਈ ਕਿ ਮੇਰੀ ਬੀਵੀ ਤੇ ਬੇਟੀ ਨੂੰ ਕਿਸੇ ਨੇ ਕਤਲ ਕਰ ਦਿੱਤਾ ਹੈ। ਜਿਸਲੇ ਇਤਨੀ ਆਜ਼ਾਦੀ ਦਿਓਗੇ ਜ਼ਾਹਿਰੀ ਗੱਲ ਹੈ ਇਸ ਤਰ੍ਹਾਂ ਦੇ ਕੰਮ ਤੇ ਹੋਣਗੇ। ਜਵਾਨ ਆਪੂ ਤੇ ਬਾਹਰ ਦੇ ਮੁਲਕ ਹੁੰਦਾ, ਸਾਹਮਣੇ ਰਿਸ਼ਤੇਦਾਰ ਹੈ ਦੂਰ ਪਾਰ ਦੇ ਸੀ, ਅਕਸਰ ਉਹਨੂੰ ਫੋਨ ਕਰਦਾ ਰਹਿੰਦਾ ਸੀ। ਕਦੇ ਆਦਾ ਸੀ ਯਾਰ ਜਾ ਕੇ ਤੱਕੀ ਸਾਡਾ ਨਲਕਾ ਨਹੀਂ ਠੀਕ, ਹੋਰ ਚੜ ਕੇ ਕੋਠੇ ਤੇ ਜੇ ਕਮਰਾ ਸ਼ਮਰਾ ਬਣਾਉਣਾ ਤੇ ਉਹ ਹੀ ਜਵਾਨ ਬਣਾਉਂਦਾ ਸੀ ਤੇ ਪੈਸੇ ਉਹਨੂੰ ਦਿੰਦਾ ਰਹਿੰਦਾ ਸੀ। ਅਕਸਰ ਦਾ ਖਰਚਾ ਮਰਚਾ ਚਲਾਇਆ ਸੀ ਉਹਨੇ। ਇੰਜ ਹੋਇਆ ਕਿ ਬੀਵੀ ਅਕਸਰ ਜਿਹੜਾ ਉਹਦੇ ਨਾਲ ਗੱਪਸ਼ਪ ਲਾਉਂਦੀ ਸੀ ਤੇ ਉਹਦੇ ਨਾਲ ਸੈੱਟ ਹੋ ਗਈ। ਉਹ ਜਵਾਨ ਜਿਹੜਾ ਇਹਨਾਂ ਦੇ ਘਰ ਹੀ ਵੜਿਆ ਰਹਿੰਦਾ ਸੀ। ਕੁੜੀ ਨੂੰ ਪਤਾ ਹੁੰਦਾ ਕਿ ਮੇਰੀ ਅੰਮਾ ਜਿਹੜੀ ਹੈ ਇਹਦੇ ਨਾਲ ਕਮਰੇ 'ਚ ਵੜੀ ਹੈ ਤੇ ਯੈਸ਼ੀ ਕਰਨ ਲੱਗੀ ਹੈ, ਲੇਕਿਨ ਕੁੜੀ ਵੀ ਜਵਾਨ ਹੋ ਗਈ ਸੀ, ਉਹ ਅੰਮਾ ਦਾ ਸਾਥ ਦਿੰਦੀ ਸੀ। ਜਵਾਨ ਆਪੂ ਬਾਹਰੋਂ ਰਾਜੇ ਪੈਸੇ ਟੋਰਦਾ, ਉਹਨੂੰ ਤੇ ਕੋਈ ਖਬਰ ਹੀ ਨਹੀਂ ਸੀ ਹੁੰਦੀ ਕਿ ਹੁੰਦਾ ਇਸ ਘਰ 'ਚ ਕੀ ਹੈ ਪਿਆ। ਉਹ ਸਾਹਮਣੇ ਰਿਸ਼ਤੇਦਾਰ ਹੈ, ਉਹਨਾਂ ਦੀ ਕੋਈ ਸ਼ਾਦੀ ਹੈ ਰਾਵਲਪਿੰਡੀ, ਉਹਨਾਂ ਨੇ ਆਖਿਆ ਜੀ ਅਸਾਂ ਤੁਹਾਡੀ ਕੁੜੀ ਨੂੰ ਵੀ ਨਾਲ ਖੜਨਾ। ਜਵਾਨ ਆਪੂ ਤੇ ਬਾਹਰ ਆਇਆ, ਲੇਕਿਨ ਜ਼ਨਾਨੀ ਨੇ ਕੋਈ ਇਤਰਾਜ਼ ਨਾ ਕੀਤਾ। ਉਹਨੇ ਇਤਰਾਜ਼ ਕਿਸ ਤਰ੍ਹਾਂ ਕਰਨਾ ਸੀ, ਉਹ ਆਪੂ ਜੋ ਜਣੇ ਨਾਲ ਸੈੱਟ ਹੈ, ਉਹਨੇ ਆਖਿਆ ਜੀ ਠੀਕ ਹੈ ਬਿਲਕੁਲ ਲੈ ਜਾਓ। ਉਹਨੇ ਆਖਿਆ ਜੀ ਦਾ ਕੱਪੜਾ ਜੁੱਤੀ ਵੀ ਅਸੀਂ ਆਪੂ ਲਾਉਣਾ। ਜਨਾਬ ਕੁੜੀ ਨੂੰ ਖੜਿਆ ਬਾਜ਼ਾਰ ਜਾ ਕੇ ਉਹਨੂੰ ਕੱਪੜਾ ਜੁੱਤੀ ਸੋਹਣਾ ਲੈ ਕੇ ਦਿੱਤਾ ਤੇ ਇਹਨੂੰ ਕਹਿੰਦੇ ਠੀਕ ਹੈ ਅਸੀਂ ਇਹਨੂੰ ਲੈ ਕੇ ਚੱਲੇ ਆਓ। ਪਿੰਡੀ ਲੈ ਕੇ ਉਹਨੂੰ ਟੁਰ ਗਏ। ਪਿੱਛੋਂ ਜ਼ਨਾਨੀ ਕੱਲੀ ਸੀ ਤੇ ਜਣਾ ਆਪੂ ਵਾਪਸ ਆ ਗਿਆ। ਆ ਕੇ ਜ਼ਨਾਨੀ ਨਾਲ ਪੂਰਾ ਇੰਜੋਇਮੈਂਟ ਕਰਕੇ ਤੇ ਫਿਰ ਵਾਪਸ ਪਿੰਡੀ ਟੁਰ ਗਿਆ। ਜਿਸਲੇ ਉੱਥੇ ਪਿੰਡੀ ਗਿਆ, ਅੱਗੇ ਉਹਦਾ ਭਾਂਜਾ ਸੀ ਉੱਥੇ, ਉਹਨੇ ਇੰਜ ਕੀਤਾ ਆਪਣੇ ਭਾਂਜੇ ਕੋਲ ਇਹਨੂੰ ਉੱਥੇ ਇਕੱਲੇ ਕਮਰੇ 'ਚ ਛੱਡਿਆ ਤੇ ਆਪੂ ਦੋਏ ਬਾਹਰ ਨਿਕਲ ਆਏ। ਉਹਨਾਂ ਇਹ ਕੋਸ਼ਿਸ਼ ਕੀਤੀ ਕਿ ਸਾਡਾ ਭਾਈਆ ਜਿਹੜਾ ਇਹਦੇ ਨਾਲ ਯੈਸ਼ੀ ਕਰ ਲੇ। ਜ਼ਾਹਰੀ ਗੱਲ ਹੈ ਉਹ ਭਾਈਆ ਵੀ ਜਿਹੜਾ ਇਹਦੀ ਅੰਮਾ ਨਾਲ ਕਰਦਾ ਜੇ ਐਸੀ, ਉਹਨਾਂ ਜਨਾਬ ਢੇਰ ਉਹਨਾਂ ਨੂੰ ਮੌਕਾ ਦਿੱਤਾ ਉੱਥੇ ਵਿਆਹ ਤੇ। ਜਨਾਬ 4-5 ਦਿਨ ਉਹ ਕੁੜੀ ਰਹੀ ਉੱਥੇ, ਉਹਨੇ ਪੂਰੀ ਮੁੰਡੇ ਨੇ ਯੈਸ਼ੀ ਕੀਤੀ, ਪੂਰਾ ਇੰਜੋਇਮੈਂਟ ਕੀਤਾ, ਉਸ ਕੁੜੀ ਨਾਲ ਪੂਰਾ ਸੈੱਟ ਹੋ ਗਿਆ ਸੀ। ਜਿਹੜਾ ਆਪੂ ਤੇ ਬਾਹਰ ਆਇਆ ਉਹਨੂੰ ਪਤਾ ਲੱਗਾ ਕਿ ਮੇਰੀ ਕੁੜੀ ਇਸ ਤਰ੍ਹਾਂ ਪਿੰਡੀ ਗਈ ਹੈ, ਉਹਨੇ ਜ਼ਨਾਨੀ ਤੇ ਬੜਾ ਗੁੱਸਾ ਕੀਤਾ। ਆਪੂ ਬੜਾ ਇੱਜ਼ਤਦਾਰ ਬੰਦਾ ਸੀ, ਉਹਨੇ ਆਖਿਆ ਤੂੰ ਕਿਉਂ ਟੁਰ ਰਿਹਾ? ਤੁਸੀਂ ਫਿਕਰ ਨਾ ਕਰੋ, ਸਾਡੇ ਰਿਸ਼ਤੇਦਾਰ ਨੇ ਕੋਈ ਹੋਰ ਓਪਰੇ ਤੇ ਹੈ ਕੋ ਨਹੀਂ। ਪਰ ਉਹਨੇ ਜਣੇ ਨੂੰ ਟਾਲ ਟੂਲ ਸੜਿਆ ਤੇ ਉਹ ਜਨਾਬ ਸ਼ਾਦੀ ਸ਼ੁਦੀ ਭਗਤਾ ਕੇ ਜਿਸਲੇ ਵਾਪਸ ਆ ਗਈ। ਅੱਗੂ ਜਵਾਨ ਜਿਹੜਾ ਆਪੂ ਵੀ ਬਾਹਰੋਂ ਛੁੱਟੀ ਪਾਕਿਸਤਾਨ ਆ ਗਿਆ। ਜਿਸਲੇ ਪਾਕਿਸਤਾਨ ਹੈ ਜ਼ਾਹਰੀ ਗੱਲ ਹੈ ਘਰ ਦੀਆਂ ਕੰਧਾਂ ਸੀ ਇਹ ਛੋਟੀਆਂ ਛੋਟੀਆਂ ਤੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਦਾ ਜਿਹੜਾ ਮਕਾਨ ਹੈ ਉੱਚਾ ਆ। ਉੱਥੇ ਆ ਕੇ ਉਹ ਮੁੰਡਾ ਪਿੰਡੀ ਵਾਲਾ ਉਹਦੇ ਕੋਲ ਆਰਾਮ ਨਹੀਂ ਸੀ ਕਰਨ ਹੁੰਦਾ ਪਿਆ। ਉਹ ਇਹ ਸੋਚਦਾ ਪਿਆ ਕਿ ਮੈਂ ਜਾਵਾਂ ਉੱਥੇ ਜਾ ਕੇ ਉਹਦੇ ਨਾਲ ਯੈਸ਼ੀ ਕਰਾਂ। ਜਨਾਬ ਆਇਆ, ਆ ਕੇ ਕੋਠੇ ਤੇ ਹਰ ਵਕਤ ਚੜਿਆ ਰਹਿੰਦਾ ਸੀ। ਇਸ ਕੁੜੀ ਵਾਲੂ ਤੱਕਦਾ ਰਹਿੰਦਾ ਕਿ ਕਿਸ ਟਾਈਮ ਉਹ ਆਵੇ ਤੇ ਇੱਥੇ ਮੇਰੇ ਕੋਲ ਆ ਕੇ ਛੱਤ ਤੇ ਬਵੇ। ਲੇਕਿਨ ਉਹਦਾ ਅੱਬਾ ਜੇ ਘਰ ਆਇਆ ਉਹਨੇ ਤੱਕਿਆ ਜਿਸਲੇ ਕਿ ਕਾਫੀ ਦਫਾ ਜਵਾਨ ਜਿਹੜਾ ਸਾਡੇ ਸਾਹਮਣੇ ਇੱਥੇ ਛੱਤ ਤੇ ਚੱਕਰ ਪਿਆ ਲਾਂਦਾ। ਗੱਲ ਕੀ ਹੈ? ਉਹਨੇ ਆਪਣੀ ਜ਼ਨਾਨੀ ਨੂੰ ਆਖਿਆ, ਉਹਨੇ ਆਖਿਆ ਕੌਣ ਆਇਆ ਇਹਨਾਂ ਦੇ ਘਰ? ਉਹਨੇ ਆਖਿਆ ਇਹਦਾ ਭਾਂਜਾ ਤੇ ਇੱਥੇ ਆਏ ਆ ਤੇ ਰਹਿਣ ਵਾਸਤੇ 4 ਦਿਹਾੜੇ। ਉਹਨੇ ਆਖਿਆ ਇਹ ਤੇ ਕੰਮ ਮਾੜਾ ਹੈ, ਰੋਜ਼ਾਨਾ ਛੱਤ ਤੇ ਚੜ੍ਹਿਆ ਹੁੰਦਾ ਹੈ। ਉਹਨੇ ਆਖਿਆ ਅਸੀਂ ਤੇ ਕੁਝ ਵੀ ਨਹੀਂ ਆ ਸਕਦੇ। ਉਹਨੇ ਆਖਿਆ ਵਾਕਈ ਗੱਲ ਹੈ ਅਸੀਂ ਕੁਝ ਵੀ ਨਹੀਂ ਆ ਸਕਦੇ, ਲੇਕਿਨ ਮੈਂ ਇਹ ਤੇ ਕਰ ਸਕਦਾ ਕਿ ਮਿਸਤਰੀ ਲਾ ਕੇ ਕੰਧ ਉੱਚੀ ਕਰ ਦਿਆਂ। ਉਹਨੇ ਆਖਿਆ ਤੁਹਾਡੀ ਮਰਜ਼ੀ ਹੈ, ਜੇ ਤੁਸੀਂ ਕੰਧ ਉੱਚੀ ਕਰਨੀ ਹੈ ਤੇ ਕੰਧ ਉੱਚੀ ਕਰ ਲਓ। ਉਹ ਜਨਾਬ ਇੰਜ ਹੋਇਆ ਕਿ ਜਿਸਲੇ ਕੰਧ ਉਹਨਾਂ ਨੇ ਉੱਚੀ ਉੱਥੋਂ ਕਰਾਈ ਮਿਸਤਰੀ ਲਾ ਕੇ। ਲੇਕਿਨ ਇਹ ਹੈ ਕਿ ਉਹ ਮੁੰਡਾ ਆਉਂਦਾ ਜਾਂਦਾ ਸੀ, ਜਵਾਨ ਆਪੂ ਕਿਸੇ ਪਾਸੇ ਤੇ ਜਾਣਾ ਹੀ ਹੁੰਦਾ। ਜ਼ਾਹਰੀ ਗੱਲ ਹੈ ਬਾਹਰੋਂ ਆਇਆ ਸੀ, 100 ਕੰਮ ਕਾਜ ਹੁੰਦੇ ਤੇ ਕੁੜੀ ਜਾ ਕੇ ਪਿੱਛੋਂ ਮਾਂ ਆਪੂ ਟੋਰਦੀ ਸੀ। ਕੁੜੀ ਜਾ ਕੇ ਮੁਲਾਕਾਤਾਂ ਕਰਕੇ ਆਉਂਦੀ ਸੀ। ਉਹ ਮੁਲਾਕਾਤਾਂ ਕਰਕੇ ਜਿਸਲੇ ਆਉਂਦੀ ਸੀ ਤੇ ਪੂਰੀ ਯੈਸ਼ੀ ਹੋ ਜਾਂਦੀ ਸੀ। ਅੱਗੂ ਹੋਇਆ ਇੰਜ ਕਿ ਜਿਸਲੇ ਦੋਏ ਘਰ ਲੰਮੇ ਪਏ ਸੀ, ਰਾਤੀ ਤੇ ਜਣਾ ਵੀ ਘਰ ਹੀ ਸੀ। ਉਹ ਲੰਮੇ ਪਏ ਸੀ, ਜਣੇ ਨੇ ਜਿਸੇ ਸਵੇਰ ਉੱਠ ਕੇ ਦੇਖਿਆ ਤੇ ਜਨਾਬ ਉਹਦੀ ਬੀਵੀ ਦਾ ਕਿਸੇ ਨੇ ਗਲਾ ਕੱਟ ਦਿੱਤਾ, ਉਹ ਦੀ ਬੱਚੀ ਦਾ ਵੀ ਜਿਹੜਾ ਗਲਾ ਕੱਟ ਦਿੱਤਾ। ਉਹ ਤੱਕ ਕੇ ਪਰੇਸ਼ਾਨ ਹੋ ਗਿਆ। ਜ਼ਾਹਰੀ ਗੱਲ ਹੈ ਪਰੇਸ਼ਾਨ ਹੀ ਹੋਣਾ ਕਿ 2 ਕਤਲ ਘਰ 'ਚ ਹੋ ਗਏ। ਉਹਨੇ ਜਨਾਬ ਉੱਠ ਕੇ ਰੋਲਾ ਪਾਇਆ ਤਾਂ ਆਪਣੇ ਰਿਸ਼ਤੇਦਾਰਾਂ ਦੇ ਘਰ ਸਾਹਮਣੇ ਦੇ ਘਰ ਗਿਆ। ਉਹਨੇ ਆਖਿਆ ਦੇਖੋ ਆ ਕੇ ਕਿ ਮੇਰੀ ਬੱਚੀ ਨੂੰ ਤੇ ਮੇਰੀ ਬੀਵੀ ਨੂੰ ਕਿਸੇ ਨੇ ਕਤਲ ਕਰ ਦਿੱਤਾ। ਉਹ ਜਨਾਬ ਸਾਰੇ ਪਰੇਸ਼ਾਨ ਹੋ ਗਏ ਕਿ ਕੌਣ ਹੋ ਸਕਦਾ ਜਿਹੜਾ ਇੱਥੇ ਆ ਕੇ ਕਤਲ ਕਰ ਗਿਆ। ਜਨਾਬ ਪੂਰੇ ਮਹੱਲੇ 'ਚ ਰੋਲਾ ਪੈ ਗਿਆ। ਜਿਸਲੇ ਪੁਲਿਸ ਕੋਲ ਗੱਲ ਕਹੀ, ਪੁਲਿਸ ਨੇ ਜਿਸੇ ਦੇਖਿਆ ਵਾਕਈ ਉਹਨਾਂ ਦੇ ਗਲੇ ਕੱਟੇ ਨੇ। ਉਹਨਾਂ ਜੜੇ ਕੋਲ ਪੁੱਛਿਆ ਕਿ ਤੈਨੂੰ ਕੋਈ ਨਹੀਂ ਪਤਾ ਲੱਗਾ ਕਿ ਕਿਸ ਤਰ੍ਹਾਂ ਇਹਨਾਂ ਦੇ ਗਲੇ ਜਿਹੜੇ ਨੇ ਕੱਟਣ ਹੋਏ? ਨੂੰ ਆਖਿਆ ਜੀ ਮੈਨੂੰ ਕਿਸ ਤਰ੍ਹਾਂ ਪਤਾ ਲੱਗੇਗਾ, ਮੈਂ ਜਿਸੇ ਸਵੇਰ ਉੱਠ ਕੇ ਤੱਕਿਆ ਮੈਨੂੰ ਤੇ ਇੱਕ ਜ਼ਰਾ ਆਵਾਜ਼ ਵੀ ਨਹੀਂ ਆਈ ਤੇ ਮੈਨੂੰ ਕਿਸੇ ਨੇ ਕੁਝ ਵੀ ਨਹੀਂ ਆਖਿਆ। ਉਹਨੇ ਆਖਿਆ ਅੱਛਾ ਇਹ ਹੀ ਗੱਲ ਹੈ ਤੇ ਤੂੰ ਆਪੂ ਤੇ ਨਹੀਂ ਮਾਰਿਆ? ਉਹਨੇ ਆਖਿਆ ਮੈਂ ਕਿਉਂ ਮਾਰਨਾ ਸੀ, ਮੈਂ ਇਸ ਤਰ੍ਹਾਂ ਦਾ ਕੰਮ ਕਿਸ ਤਰ੍ਹਾਂ ਕਾਰਜ ਕਰਨਾ, ਮੇਰੇ ਕੋਲ ਹੋਰ ਵੀ ਤਰੀਕੇ ਹੋ ਸਕਦੇ ਜੇ ਮੈਂ ਮਾਰਨਾ ਸੀ, ਲੇਕਿਨ ਮੈਨੂੰ ਇਹਨਾਂ ਤੋਂ ਕੋਈ ਮਸਲਾ ਕੋਈ ਨਹੀਂ ਸੀ ਹੈ। ਉਹਨੇ ਆਖਿਆ ਅੱਛਾ ਚਲੋ ਠੀਕ ਹੈ ਕੋਈ ਨਹੀਂ ਮਸਲਾ, ਬਾਕੀ ਅਸੀਂ ਜਿਹੜਾ ਇਨਕੁਆਇਰੀ ਕਰ ਲਾਂਗੇ। ਉਹਨੇ ਆਖਿਆ ਜੀ ਸਰ ਜ਼ਰੂਰਤ ਹੋਈ ਪੁਲਿਸ ਨੇ ਕਿ ਅਸੀਂ ਤੈਨੂੰ ਬੁਲਾ ਲਾਂਗੇ, ਤੂੰ ਕਿਸੇ ਪਾਸੇ ਜਾਣਾ ਨਹੀਂ। ਉਹਨੇ ਆਖਿਆ ਮੈਂ ਕਿਸੇ ਪਾਸੇ ਨਹੀਂ ਜਾਂਦਾ, ਮੈਂ ਆਪੂ ਇਹ ਚਾਹਨਾ ਕਿ ਮੇਰੀ ਬੀਵੀ ਤੇ ਮੇਰੀ ਬੱਚੀ ਦਾ ਕਾਤਲ ਜਿਹੜਾ ਉਹ ਪਕੜਨ ਹੋਵੇ। ਉਹਨਾਂ ਜਨਾਬ ਉਹਨਾਂ ਸਾਹਮਣੇ ਰਿਸ਼ਤੇਦਾਰਾਂ ਨੂੰ ਬੁਲਾਇਆ। ਉਹਨਾਂ ਆਖਿਆ ਜੀ ਤੁਸੀਂ ਵੀ ਜ਼ਰਾ ਪੇਸ਼ ਹੋਵੋ। ਜਿਹੜਾ ਮੁੰਡਾ ਉੱਥੇ ਪਿੰਡੀ ਵਾਲਾ ਸੀ ਇਹਨਾਂ ਦਾ ਭਾਂਜਾ, ਉਹਨੂੰ ਵੀ ਬੁਲਾਇਆ, ਉਹਦੇ ਕੋਲ ਵੀ ਇਨਕੁਆਇਰੀ ਕਰਾਈ। ਇਨਕੁਆਇਰੀ ਕਰਨ ਤੋਂ ਬਾਅਦ ਜਿਸ ਉਹਨਾਂ ਨੂੰ ਪਤਾ ਲੱਗਾ, ਉਹਨਾਂ ਆਖਿਆ ਇਹਨਾਂ ਨੇ ਕਤਲ ਨਹੀਂ ਕੀਤੇ ਆ। ਉਸ ਤੋਂ ਬਾਅਦ ਜੇ ਜਵਾਨ ਨੂੰ ਫਿਰ ਬੁਲਾਇਆ, ਉਹਨਾਂ ਆਖਿਆ ਪੁਲਿਸ ਵਾਲਾ ਆਖਿਆ ਕਿ ਤੂੰ ਆ ਜ਼ਰਾ ਥਾਣੇ, ਅਸਾਂ ਤੇਰੇ ਨਾਲ ਗੱਲਬਾਤ ਕਰਨੀ ਹੈ। ਜਿਸ ਵੇਲੇ ਉਹਨੂੰ ਜਵਾਨ ਨੂੰ ਬੁਲਾਇਆ ਨੇ ਉੱਥੇ ਥਾਣੇ ਪਹੁੰਚਿਆ ਤੇ ਉੱਥੋਂ ਨਾਲ ਹੀ ਦੇ ਜਵਾਨ ਦੇ
ਤੇ ਜਿਹੜਾ ਇਹਦਾ ਸਾਲਾ ਵੀ ਨਾਲ ਹੀ ਖਲੋਤੇ ਸੀ। ਅੱਗੋਂ ਇਸੇ ਜਵਾਨ ਕੋਲੋਂ ਇਨਕੁਆਇਰੀ ਵਗੈਰਾ ਕਰਦੇ ਸੀ ਪਏ ਤੇ ਪੁਲਿਸ ਵਾਲੇ ਤੁਹਾਨੂੰ ਪਤਾ ਇਨਕੁਆਇਰੀ ਕਰਤੇ ਜਾਣਦੇ ਨੇ, ਬੰਦਿਆਂ ਦੀਆਂ ਅੱਖਾਂ ਪਾੜ ਕੇ ਦੱਸ ਦਿੰਦੇ ਨੇ ਕਿ ਇਹਦੇ 'ਚ ਹੈ ਕੀ ਹੈ। ਉਹਨਾਂ ਜਿਸ ਤੱਕਿਆ ਉਹਦੇ ਸਾਲਿਆਂ ਨੂੰ ਤੇ ਉਹਦੇ ਮੱਥੇ ਦੇ ਪਸੀਨੇ ਆਏ ਸੀ, ਬੜਾ ਘਬਰਾਏ ਅਸੀਂ। ਉਹਨੇ ਜਨਾਬ ਪੁੱਛਿਆ ਪੁਲਿਸ ਵਾਲੇ ਨੇ ਕਿ ਇਹ ਕੌਣ? ਉਹਨੇ ਕਿਹਾ ਜੀ ਇਹ ਮੇਰਾ ਸਾਲਾ ਹੈ। ਉਹਨੇ ਆਖਿਆ ਅੱਛਾ ਅੱਛਾ, ਇਹ ਸਾਲਾ ਤੇ ਇਹ ਕਿੱਥੇ ਹੁੰਦਾ ਹੈ? ਉਹਨੇ ਆਖਿਆ ਜੀ ਇਹਨਾਂ ਦਾ ਦੂਸਰੇ ਮਹੱਲੇ 'ਚ ਘਰ ਹੈ ਤੇ ਸਾਡੇ ਤੋਂ ਕਾਫੀ ਦੂਰ ਹੈ। ਉਹਨੇ ਆਖਿਆ ਠੀਕ ਹੈ ਭਾਈ, ਤੁਸੀਂ ਕਿੱਥੇ ਸੋ ਜਿਸ ਟਾਈਮ ਇਹ ਕਤਲ ਹੋਇਆ? ਉਹਨੇ ਆਖਿਆ ਜੀ ਮੈਂ ਤੇ ਆਪਣੇ ਘਰ ਸੁੱਤੇ ਆ ਸਾਂ। ਉਹਨੇ ਆਖਿਆ ਜੀ ਅੱਛਾ ਠੀਕ ਹੈ, ਜੇ ਤੁਸੀਂ ਸੁੱਤੇ ਸੋ ਫਿਰ ਕੋਈ ਮਸਲਾ ਮਸੈਲ ਨਹੀਂ। ਉਹਨਾਂ ਜਨਾਬ ਥੋੜੀ ਦੇਰ ਉਹਦੇ ਵੱਲ ਤੱਕਿਆ, ਤੱਕਣ ਤੋਂ ਬਾਅਦ ਇਸ ਜਵਾਨ ਨੂੰ ਆਖਿਓ ਨੇ ਜਿਹਦੀ ਬੀਵੀ ਕਤਲ ਹੋਈ, ਉਹਨੇ ਤੂੰ ਭਾਈ ਜਾ ਇੱਥੋਂ ਤੇ ਜਿਹੜਾ ਤੇਰਾ ਸਾਲਾ ਇੱਥੇ ਸਾਡੇ ਕੋਲ ਥੋੜੀ ਦੇਰ ਰਹੇਗਾ, ਅਸਾਂ ਇਹਦੇ ਕੋਲੋਂ ਇਨਕੁਆਇਰੀ ਕਰਨੀ ਹੈ। ਉਹ ਪਰੇਸ਼ਾਨ ਹੋਣਾ ਆਖਿਆ ਇਹਦੇ ਕੋਲੋਂ ਤੁਸੀਂ ਕਿਉਂ ਇਨਕੁਆਇਰੀ ਕਰਨੀ ਹੈ? ਇਸ ਵਿਚਾਰੇ ਦਾ ਕੀ ਕਸੂਰ ਹੈ? ਇਹਨੂੰ ਹੱਥ ਨਾ ਲਾਇਓ। ਉਹਨੇ ਆਖਿਆ ਤੂੰ ਫਿਕਰ ਨਾ ਕਰ, ਅਸੀਂ ਪੁਲਿਸ ਵਾਲਿਆਂ, ਤੂੰ ਨਹੀਂ ਹੈ, ਤੂੰ ਚੁੱਪ ਕਰਕੇ ਘਰ ਜਾ। ਉਹਨੂੰ ਜਨਾਬ ਘਰ ਟੋਤਾ, ਸਾਲੇ ਨੂੰ ਉੱਥੇ ਬਿਠਾ ਲਿਆ। ਸਾਲੇ ਨੂੰ ਉਹਨਾਂ 4 ਵਾਰੀ ਪੁੱਛਿਆ, ਉਹਨੇ ਆਖਿਆ ਦੱਸ ਜੇ ਤੈਨੂੰ ਕੋਈ ਪਤਾ। ਉਹਨੇ ਆਖਿਆ ਜੀ ਮੈਨੂੰ ਕੋਈ ਪਤਾ ਨਹੀਂ। ਉਹਨਾਂ ਪੁੱਛਿਆ ਅੱਛਾ ਕਦੋਂ ਜਿਹੜੇ ਰਾਤ ਕਤਲ ਹੋਇਆ ਤੂੰ ਕਿੱਥੇ ਸੇ? ਉਹਨੇ ਆਖਿਆ ਜੀ ਮੈਂ ਘਰ ਸੁੱਤੇ। ਉਹਨੇ ਕਿਹਾ ਜੀ ਠੀਕ ਹੈ। ਉਹਨਾਂ ਜਨਾਬ ਉਸੇ ਟਾਈਮ ਮੁਲਾਜ਼ਮ ਤੋਰਿਆ ਇਹਦੇ ਘਰ ਜਾ ਕੇ ਪਤਾ ਕਰਕੇ ਆਓ ਕਿ ਵਾਕਈ ਇਹ ਘਰ ਸੀ। ਜਿਸਲੇ ਉਹਨਾਂ ਜਾ ਕੇ ਪੁੱਛੋ, ਉਹਨੇ ਆਖਿਆ ਨਹੀਂ ਉਹ ਰਾਤੀ ਜਿਹੜਾ ਘਰ ਕੋਈ ਨਹੀਂ ਸੀ, ਉਹ ਬੜਾ ਲੇਟ ਆਇਆ, ਸਵੇਰ ਦੇ ਟਾਈਮ ਤੇ ਘਰ ਆਇਆ। ਉਹਨੇ ਆਖਿਆ ਜੀ ਚਲੋ ਠੀਕ ਹੈ ਜਨਾਬ। ਪੁਲਿਸ ਵਾਲੇ ਫਿਰ ਜਿਸਲੇ ਵਾਪਸ ਪਹੁੰਚੇ, ਉਹਨੇ ਆਖਿਆ ਹਾਂ ਬਈ ਤੂੰ ਹੁਣ ਆਪੂ ਮੰਨੇਗਾ ਕਿ ਅਸੀਂ ਤੈਨੂੰ ਮਾਰ ਕੁੱਟ ਕੇ ਮਨਾਈਏ? ਜਿਹੜੀ ਗੱਲ ਹੋਈ ਹੈ ਤੂੰ ਸਾਨੂੰ ਆਪੂ ਦੱਸ ਦੇ। ਪਹਿਲਾਂ ਤੇ ਉਹ ਜਵਾਨ ਮੰਨਦਾ ਕੋਈ ਸੀ। ਪੁਲਿਸ ਵਾਲਿਆਂ ਜਿਸਲੇ ਪੁੱਠਾ ਲਟਕਾਇਆ ਤੇ ਕੁੱਟਣਾ ਸ਼ੁਰੂ ਕੀਤਾ, ਪੈਰਾਂ ਤੇ ਡੰਡੇ ਮਾਰੇ, ਜਨਾਬ ਉਹਦੀਆਂ ਚੀਕਾਂ ਨਿਕਲੀਆਂ ਤੇ ਫਿਰ ਉਹਨੇ ਜਿਹੜਾ ਆਪੂ ਇਕਬਾਲੇ ਜੁਰਮ ਕੀਤਾ। ਉਹਨੇ ਆਖਿਆ ਜੀ ਬਿਲਕੁਲ ਮੈਂ ਹੀ ਕੀਤਾ ਕਤਲ, ਆਪਣੀ ਬਾਜੀ ਨੂੰ ਤੇ ਨਾਲ ਉਹਦੀ ਕੁੜੀ ਨੂੰ। ਉਹਨੇ ਆਖਿਆ ਜੀ ਤੂੰ ਕਿਉਂ ਕੀਤਾ? ਉਹਨੇ ਆਖਿਆ ਜੀ ਮੈਂ ਉਹਨਾਂ ਦੀਆਂ ਸਾਰੀਆਂ ਕਾਰਵਾਈਆਂ ਦੇਖਦਾ ਰਿਹਾ, ਮੈਂ ਇੱਥੇ ਮੌਜੂਦ ਹੁੰਦਾ ਸਾਂ। ਮੈਂ 2-3 ਵਾਰੀ ਬਾਜੀ ਨੂੰ ਸਮਝਾਇਆ ਕਿ ਇਹਨਾਂ ਨਾਲ ਤਾਲੁਕਾਤ ਜਿਹੜੇ ਨੇ ਖਤਮ ਕਰੋ, ਲੇਕਿਨ ਇਹਨੇ ਖਤਮ ਨਹੀਂ ਕੀਤੇ। ਹਾਲਾਂਕਿ ਮੈਂ ਇੱਕ ਦਿਨ ਦੇਖਿਆ ਕਿ ਭਾਂਜੀ ਹੈ ਜਿਹੜੀ ਇਹ ਘਰ ਕੋਈ ਨਹੀਂ ਸੀ ਹੈ ਤੇ ਮੈਂ ਜਿਹੜਾ ਇਸ ਵੇਲੇ ਘਰ ਟਲਿਆ ਕੰਧ ਤੇ ਆ ਕੇ ਦੇਖਿਆ ਕਿ ਸਾਹਮਣੇ ਜਿਹੜਾ ਜਵਾਨ ਹੈ ਉਹ ਜਿਹੜਾ ਅੰਦਰ ਵੜਿਆ ਸੀ ਤੇ ਇਸ ਤਰ੍ਹਾਂ ਆਪੇ 'ਚ ਲੱਗੇ ਸੀ ਜ਼ਿਆਦਤੀ ਕਰਨ ਤੇ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋਇਆ। ਮੈਂ ਤੇ ਹਾਲਾਂਕਿ ਦੱਸਣਾ ਵੀ ਚਾਹੁੰਦਾ ਸੀ ਭਾਈ ਨੂੰ, ਲੇਕਿਨ ਮੈਂ ਕਿਹਾ ਮੈਂ ਦੱਸ ਕੇ ਕਰਾਂਗਾ ਵੀ ਕਿ ਆਪਣੀ ਬਦਨਾਮੀ ਹੋਣੀ ਹੈ। ਇਹਦੇ ਤੋਂ ਬਿਹਤਰ ਹੈ ਕਿ ਮੈਂ ਇਹਨੂੰ ਰਾਤੀ ਢਲ ਕੇ ਤੇ ਇਹਨਾਂ ਦੇ ਗਲੇ ਕੱਟ ਜਾ। ਇਸ ਵਾਸਤੇ ਮੈਂ ਰਾਤੀ ਢਲਿਆਂ ਤੇ ਢਲ ਕੇ ਜਿਹੜਾ ਇਹਨਾਂ ਦੇ ਗਲੇ ਕੱਟ ਦਿੱਤੇ ਨੇ। ਜਿਸਲੇ ਜਵਾਨ ਨੂੰ ਬੁਲਾਉਣਾ ਕਿ ਆ ਜੀ ਆ ਜਾ ਤੂੰ ਵੀ। ਜਿਸਲੇ ਉਹ ਆਇਆ ਉਹਨੂੰ ਜਨਾਬ ਪੁਲਿਸ ਨੇ ਸਾਰੀ ਗੱਲ ਦੱਸੀ। ਉਹਨੇ ਕਿਹਾ ਜੀ ਇਹ ਤੇਰਾ ਸਾਲਾ ਹੈ, ਇਹਨੇ ਕਤਲ ਕੀਤੇ ਨੇ, ਇਹ ਤੈਨੂੰ ਸਾਰੀ ਗੱਲ ਦੱਸਿਆ। ਜਿਸਲੇ ਜਵਾਨ ਨੂੰ ਸਾਰੀ ਗੱਲ ਦੱਸੀ, ਉਹਨੇ ਕਿਹਾ ਗੱਲ ਸੁਣ, ਇਹ ਸਾਰੀ ਗੱਲ ਦਾ ਮੈਨੂੰ ਪਤਾ। ਜਿਹੜਾ ਮੁੰਡਾ ਘਰ ਆਏ ਅਸੀਂ ਨਾ ਇੱਥੇ ਛੱਤ ਤੇ ਆ ਕੇ ਫਿਰਦਾ ਰਹਿੰਦਾ, ਉਹਨੇ ਇੱਥੇ ਮਹੱਲੇ 'ਚ ਸਾਰਿਆਂ 'ਚ ਮਸ਼ਹੂਰ ਕੀਤੇ ਅਸੀਂ ਕਿ ਮੇਰੇ ਨਾਲ ਇਹ ਸੈੱਟ ਹੈ। ਉੱਥੇ ਪਿੰਡੀ ਜਿਹੜਾ ਮੇਰੇ ਨਾਲ 4-5 ਦਿਨ ਹੈ ਪੂਰੇ ਯਾਸ਼ੀ ਕਰਦੀ ਰਹੀ ਹੈ ਤੇ ਮੈਂ ਪੂਰਾ ਚੱਸ ਲਈ ਹੈ। ਹੁਣ ਮੈਂ ਇਹਦੇ ਮਗਰ ਇੱਥੇ ਆਏ ਹਾਂ ਤੇ ਕੋਈ ਮੁੰਡਾ ਇਹਦੇ ਵੱਲ ਤੱਕੇ ਨਾ ਹੈ ਵੀ। ਜਿਸਲੇ ਜਣੇ ਨੇ ਸੁਣਿਆ ਉਹਨੇ ਆਖਿਆ ਇਹ ਤੇ ਬੜੀ ਪਰੇਸ਼ਾਨੀ ਦੀ ਗੱਲ ਹੈ। ਵਾਕਈ ਉਹ ਮੁੰਡਾ ਜਿਹੜਾ ਛੱਤ ਤੇ ਚੜ੍ਹਿਆ ਹੁੰਦਾ ਸੀ, ਇਹ ਤੇ ਮੈਨੂੰ ਇਸ ਗੱਲ ਦੀ ਖਬਰ ਕੋਈ ਨਾ। ਕਿਹਾ ਤੈਨੂੰ ਕਿੱਥੋਂ ਖਬਰ ਆਣੀ ਹੈ? ਜਿਹੜਾ ਸਾਹਮਣਾ ਹੈ ਉਹ ਹਮੇਸ਼ਾ ਜਿਹੜਾ ਉਹ ਲੱਗਾ ਰਹਿੰਦਾ ਸੀ, ਇਹਦੇ ਨਾਲ ਕਮਰੇ 'ਚ ਵੜਿਆ ਰਹਿੰਦਾ। ਉਹਨੇ ਆਖਿਆ ਚੱਲ ਅੰਦਰੋਂ ਤੇ ਉਹਨੇ ਆਖਿਆ ਚਲੋ ਚੰਗਾ ਹੀ ਹੋ ਗਿਆ ਕਿ ਇਹਨੇ ਜਿਹੜਾ ਉਹਨਾਂ ਨੂੰ ਕਤਲ ਕਰ ਦਿੱਤਾ। ਜ਼ਾਹਰੀ ਗੱਲ ਆ ਉਹ ਤੇ ਗਿਆ ਸੀ ਫਸ ਹੁਣ ਸਾਲਾ। ਲੇਕਿਨ ਹਰ ਜਵਾਨ ਨੇ ਬੜੀ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਨਾਲ ਮੈਂ ਸਾਲੇ ਨੂੰ ਕਢਾ ਲਾਂ। ਬਾਅਦ 'ਚ ਉਹਨੇ ਸਾਲੇ ਨੂੰ ਕਢਵਾ ਲਿਆ, ਬੜਾ ਪੈਸਾ ਸ਼ੈਸਾ ਲਾ ਕੇ। ਉਹਨੇ ਆਖਿਆ ਚੱਲ ਯਾਰ ਤੂੰ ਮੇਰੀ ਇੱਜ਼ਤ ਵਾਸਤੇ ਕੀਤਾ ਤੇ ਬਹੁਤ ਚੰਗਾ ਤੂੰ ਕੀਤਾ, ਮੇਰਾ ਦਿਲ ਖੁਸ਼ ਕਰ ਦਿੱਤਾ। ਇਸ ਤਰ੍ਹਾਂ ਵੀ ਹੋ ਸਕਦਾ ਜਿਸਲੇ ਆਪੂ ਬਾਹਰੋਂ ਰਾਜੇ ਪੈਸੇ ਟੋਰਦੇ ਹੋ ਤੇ ਬੀਵੀ ਤੇ ਬੱਚੀ ਇਕੱਲੀ ਹੈ ਕਾਰ ਤੇ 100 ਮਸਲਾ ਮਸੈਲ ਬਣ ਜਾਂਦੇ ਨੇ। ਕੋਸ਼ਿਸ਼ ਕਰਿਆ ਕਰੋ ਇਹਨਾਂ ਗੱਲਾਂ ਤੋਂ ਬਚਿਆ ਕਰੋ। ਬਾਕੀ ਅਗਰ ਇਹ कि मेरी वीडियो अच्छी लगे तो प्लीज़ यार लाइक करया करो, कमेंट्स करया करो, सबसक्राइब कर दो तो दिल खुश होता है। बाकी दुआवां च याद रखा करो, अपनी सेहत का ख्याल रखा करो। सेहत है तो सब कुछ है। अल्लाह हाफिज़।